बाबा जी तुम इधर आ जाओ, थोड़ा जिहा उरा आ जाओ, उन्होंने कर दो काम, तुम नहीं विच बोलना। डॉक्टर साहब सब तो पहला तो ये दसो कि बुंगा शब्द का मतलब की? बुंगा शब्द जोड़ा फारसी चो आता है अर्थ है जिथे आके लोग रहायश करते हैं, ठहरते हैं, कोई समा बिताते हैं तो मुड़ चले जाते हैं। आम तौर पर बुंगे तीर्थां के कंढे होंगे हैं, यदा शाब्दिक अर्थ है। ते बुंगियां दा कोई रेंट वगैरह भी लिया जाता है या किसी? नहीं, बुंगे प्राइवेट सी सारे ही, तो वड्डे वड्डे सरदारां दियां संस्थावां दियां संप्रदावां दियां ये प्रॉपर्टियां सन। ਇਹਦੇ ਵਿੱਚ ਰੈਂਟ नहीं सी लिया जाता, लेकिन ठहरन वाले लोग अपना योगदान जरूर देंदे होणगे, पर ਇਹਦਾ सबूत कोई नहीं, लेकिन रेंट भी नहीं सी। ਇਹਦਾ मतलब है कि बुंगे ਜਿਹੜੇ ਹੈਗੇ ਨੇ ਉਹ ਨਿੱਜੀ ਜਾਇਦਾਦਾਂ ਸੀ। ਇਹ ਇੱਕ ਤਰ੍ਹਾਂ ਨਾਲ ਵੱਡੇ ਵੱਡੇ ਸਰਦਾਰਾਂ ਦੀਆਂ, ਅਮੀਰ ਘਰਾਣਿਆਂ ਦੀਆਂ, ਸੰਪਰਦਾਇਆਂ ਦੀਆਂ ਆਪਣੀਆਂ ਜ਼ਾਤੀ ਪ੍ਰੋਪਰਟੀਆਂ ਸਨ। ਕਿਉਂਕਿ ਪ੍ਰੋਪਰਟੀਆਂ ਜ਼ਾਤੀ ਇਸ ਕਰਕੇ ਸਨ ਕਿ ਉਹਨਾਂ ਲੋਕਾਂ ਨੇ ਬਾਅਦ ਦੇ ਵਿੱਚ ਇਹਦੇ ਇਵਜ ਪੈਸੇ ਵੀ ਲਏ, ਇਹਨਾਂ ਦੇ ਕਲੇਮ ਵੀ ਲਏ, ਸ਼੍ਰੋਮਣੀ ਕਮੇਟੀ ਕੋਲੋਂ ਕਾਫੀ ਵੱਡੀਆਂ ਰਕਮਾਂ ਵੀ ਹਾਸਲ ਕੀਤੀਆਂ ਇਸ ਜਗ੍ਹਾ ਨੂੰ ਇਹਨਾਂ ਬੁੰਗਿਆਂ ਨੂੰ ਛੱਡਣ ਬਦਲੇ। ਅੱਛਾ, ਇੱਕ ਬਾਰ-ਬਾਰ ਸਵਾਲ ਉੱਠ ਰਿਹਾ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਾਫੀ ਸਾਰੇ ਬੁੰਗੇ ਸਨ ਜੀ, ਉਹਦੇ ਵਿੱਚ ਥੋੜਾ ਜਿਹਾ ਇਤਿਹਾਸਕ ਪਿਛੋਕੜ ਦੱਸੋ ਕਿ ਕਿੰਨੇ ਬੁੰਗੇ ਸੀ, ਉਹਨਾਂ ਦਾ ਕੀ ਸਟੇਟਸ ਕੀ ਸੀ? देखो बूंगे सब तो पहला बनने शुरू होंगे है जस्सा सिंह आलूवालिया के समय 1766 67 68 जदों मिसलों का उदय होंदा, सिख मिसलां बनदियां। शुरू दे विच इहदा मकसद सी कि हरमंदर साहब के चगिरदे सिक्योरिटी वास्ते इमारतां खड़ियां कीतियां जाण, क्योंकि इन्हां दा फंक्शन वध तो वध लोकां नूं ठहरान सरां दे तौर ते, रहायश के तौर ते सी। इसलिए बूंगे बनने शुरू होए। इन्हां इमारतां दे वारिस वड्डे वड्डे अमीर घराने सरदार सन, और वो लोग सन जिहड़े अगे जाके पंजाब दे हुक्मरान बने। जिस तरह मलवई बूंगा सी, ये बूंगे दे विच काफ़ी रियासतां दे बूंगे सी। सब तो पहला पटियाले वाले दा बूंगा सी, नाभा, जींद, धूरी, छछरौली, इस तरह बड़े बूंगे सी। फिर इन्हां दे विच जाती बूंगे भी सी, जिस तरह भाई संत सिंह दा बूंगा सी, वस्ती राम जरा दा बूंगा सी। संप्रदाय सी अलग अलग जिन्हां दे बूंगे सी, जिस तरह नरमलियां दा बूंगा सी, उदासियां दा बूंगा सी, उदासियां दे कई बूंगे सी। इस तरह आनंदपुर दे सोढ़ियां दा बूंगा सी। इस तरह भाई संत सिंह जिहड़े दरबार साहब के मुख प्रबंधक सी, उन्हां दा अपना बूंगा सी परिक्रमा दे विच। इस तरह अनेका ही बूंगा सन, और ये लगभग रिटन फॉर्म दे विच 84 मिलते हैं, फिजिकल फॉर्म दे विच असीं 74 के करीब उन्हां दी निशानदेही कर सकने।
ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਕਾਫੀ ਨੇੜੇ ਦਾ ਸੰਬੰਧ ਰਿਹਾ ਇਸ ਸਾਰੇ ਸਿਸਟਮ ਦੇ ਨਾਲ। ਜੀ ਤੁਹਾਡੇ ਬਜ਼ੁਰਗ ਦਰਬਾਰ ਸਾਹਿਬ ਦੇ ਵਿੱਚ ਪੁਜਾਰੀ ਵੀ ਰਹੇ ਨੇ। ਜੀ ਮੇਰੇ ਨਾਨਾ ਜੀ ਰਹੇ ਸੀ ਅਕਾਲ ਤਖਤ ਤੇ। ਅਕਾਲ ਤਖਤ ਸਾਹਿਬ ਦੇ ਪੁਜਾਰੀ ਜੀ। ਸੀ। ਤੁਹਾਨੂੰ ਬੁੰਗਿਆਂ ਦੇ ਬਾਰੇ ਵਿੱਚ ਇੰਨੀ ਗੰਭੀਰਤਾ ਨਾਲ ਜਿਹੜੀ ਜਾਣਕਾਰੀ ਉਹ ਕਿਸ ਤਰ੍ਹਾਂ ਮਿਲਦੀ ਹੈ ਜਾਂ ਉਹਦੇ 'ਚ ਕੀ ਕੀ ਤੁਹਾਡੇ ਕੋਲ ਸੋਚ ਹੈ? ਸ਼ਾਇਦ ਮੇਰੀ ਜ਼ਾਤੀ ਦਿਲਚਸਪੀ, ਮੇਰਾ ਪਰਿਵਾਰਕ ਪਿਛੋਕੜ, ਮੇਰੀ ਸੁਣਨ ਦੀ ਇੱਛਾ, ਇਹ ਇਹਦੇ ਲਈ ਰਿਸਪੌਂਸਿਬਲ ਹੈ। ਔਰ ਕਈ ਬੁੰਗੇ ਮੈਂ ਅੱਖੀ ਵੇਖੇ ਵੀ ਹੈ, ਉਹਨਾਂ ਦੇ ਨਾਲ ਸੰਬੰਧਿਤ ਗੱਲਾਂ ਸੁਣੀਆਂ ਵੀ ਆਪਣੇ ਮਾਂ-ਬਾਪ ਕੋਲੋਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਰੈਂਡਰ ਕੀਤਾ, ਉਹ ਕਿਸ ਤਰ੍ਹਾਂ ਦੇ ਸਨ, ਉਹਨਾਂ 'ਚ ਕੀ ਕੀ ਸੀ, ਕਿਸ ਤਰ੍ਹਾਂ ਦੇ ਪ੍ਰਬੰਧ ਸੀ। ਇਹ ਸਾਰਾ ਕੁਝ ਮੈਂ ਔਰਲੀ ਮੌਖਿਕ ਤੌਰ ਦੇ ਉੱਤੇ ਸੁਣਿਆ ਹੋਇਆ, ਕਿਉਂਕਿ ਮੇਰਾ ਪਰਿਵਾਰ, ਮੈਨੂੰ ਇਹ ਪਤਾ ਕਿ 1880 ਤੋਂ ਤੇ ਅਸੀਂ ਇੱਥੇ ਹੀ ਰਹਿ ਰਹੇ ਹਾਂ। 140 ਸਾਲ ਹੋ ਗਏ, ਕਾਫੀ ਲੰਬਾ ਸਮਾਂ ਹੁੰਦਾ ਹੈ। 7 ਪੁਸ਼ਤਾਂ ਬੀਤ ਚੁੱਕੀਆਂ, ਤੇ ਜੇ 7 ਪੁਸ਼ਤਾਂ ਜੇ ਥੋੜਾ ਥੋੜਾ ਵੀ ਇਕੱਠਾ ਕਰੀਏ ਤਾਂ ਬਹੁਤ ਕੋਈ ਇਕੱਠਾ ਹੋ ਜਾਂਦਾ। ਜਿੱਥੋਂ ਤੱਕ ਬੁੰਗਿਆਂ ਦੀ ਗੱਲ ਹੈ, ਬੁੰਗਿਆਂ ਦੇ ਵਿੱਚ ਕੋਈ ਅਜਿਹੇ ਬੁੰਗੇ ਵੀ ਸੀ ਜਿਨ੍ਹਾਂ ਦੇ ਵਿੱਚ ਕੋਈ ਅਸ਼ਲੀਲਤਾ ਪਰੋਸੀ ਜਾਂਦੀ ਹੋਵੇ ਜਾਂ ਕੋਈ ਗਲਤ ਹੁੰਦਾ ਹੋਵੇ? ਦੇਖੋ, ਜਦੋਂ ਵੀ ਪਾਵਰ ਆਉਂਦੀ ਹੈ ਤੇ ਸਿਸਟਮ ਕਰਪਟ ਹੋ ਜਾਂਦਾ। ਕਈ ਐਸੇ ਬੁੰਗੇ ਸੀ ਜਿਨ੍ਹਾਂ ਦੇ ਵਿੱਚ ਕਈ ਲਾਂਭੇ ਆਉਂਦੇ ਸੀ ਕਿ ਉੱਥੇ ਅਨੈਤਿਕਤਾ ਦੇ ਕੰਮ ਹੁੰਦੇ ਆ, ਪਰ ਸ਼੍ਰੋਮਣੀ ਕਮੇਟੀ ਬੇਬਸ ਸੀ, ਕਿਉਂਕਿ ਬੁੰਗੇ ਪ੍ਰਾਈਵੇਟ ਸੀ। ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਪਰਿਕਰਮਾ ਤੱਕ ਸੀ। ਕਈ ਐਸੇ ਮਨਮਤ ਦੇ ਕਰਮ ਹੁੰਦੇ ਸੀ, ਹਵਨ ਆਦਿਕ, ਉਹ ਆਮ ਬੁੰਗਿਆਂ 'ਚ ਹੁੰਦੇ ਸੀ। ਔਰ ਸ਼੍ਰੋਮਣੀ ਕਮੇਟੀ ਦੀ ਬੇਬਸੀ ਹੁੰਦੀ ਸੀ ਕਿ ਉਹਨਾਂ ਨੂੰ ਰੋਕ ਨਹੀਂ ਸਕਦੇ ਸੀ। ਸ਼੍ਰੋਮਣੀ ਕਮੇਟੀ ਨੇ ਇਹਨਾਂ ਨੂੰ ਕਦੋਂ ਤੋਂ ਰੋਕਣਾ ਸ਼ੁਰੂ ਕੀਤਾ? ਕਿਹੜੇ ਸਮੇਂ ਦੇ ਵਿੱਚ ਆ ਕੇ ਸ਼੍ਰੋਮਣੀ ਕਮੇਟੀ ਨੇ ਇਹਨਾਂ ਦੇ ਹੱਥ ਖਿੱਚਿਆ ਇਹਨਾਂ ਨੂੰ ਕਿ ਇਹਨਾਂ ਨੂੰ ਜਿਹੜੀ ਪੁਸ਼ਤ ਬਣਾਈ ਇਹਨਾਂ ਨੂੰ ਨਾ ਮਿਲ ਸਕੇ? ਸ਼੍ਰੋਮਣੀ ਕਮੇਟੀ ਨੇ ਪਹਿਲੇ ਦਿਨ ਤੋਂ ਫੈਸਲਾ ਕਰ ਲਿਆ ਸੀ ਕਿ ਅਸੀਂ ਮਨਮਤ ਨਹੀਂ ਚੱਲਣ ਦੇਣਾ, ਲੇਕਿਨ ਇਹਨਾਂ ਪਾਸ ਨਾ ਸਾਧਨ ਸੀ ਨਾ ਤਾਕਤ ਸੀ। ਜੈਸੇ ਜੈਸੇ ਸਾਧਨ ਤੇ ਤਾਕਤ ਆਉਂਦੇ ਗਏ, ਸ਼੍ਰੋਮਣੀ ਕਮੇਟੀ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ। ਲੇਕਿਨ ਜਿਹੜਾ ਮੌਜੂਦਾ ਦਰਬਾਰ ਸਾਹਿਬ ਦਾ ਢਾਂਚਾ ਵੈ, ਮੌਜੂਦਾ ਚੌਗਿਰਦਾ ਵੈ, ਜੋ ਸਾਡਾ ਕੈਂਪਸ ਦਾ ਸਟਰਕਚਰ ਹੈ, ਇਹਦਾ ਸ਼੍ਰੇ ਜਾਂਦਾ ਹੈ ਕਾਫੀ ਪੁਰਾਣੇ ਜਿਹੜੇ ਲੀਡਰ ਸੀ ਸਾਡੇ, ਜਥੇਦਾਰ ਮੋਹਨ ਸਿੰਘ ਨਾਗੋਕੇ ਇਹਦੇ 'ਚ ਪ੍ਰਮੁੱਖ ਸਨ, ਜਿਨ੍ਹਾਂ ਨੇ ਫੈਸਲਾ ਕੀਤਾ ਸੀ ਕਿ ਸਾਰੇ ਬੁੰਗੇ ਇੱਥੋਂ ਹਟਾ ਦਿੱਤੇ ਜਾਣੇ ਆ। ਜੀ ਜੀ, ਉਹਨਾਂ ਨੇ ਹੀ ਬੁੰਗਿਆਂ ਨੂੰ ਅਕਵਾਇਰ ਕਰਨ ਦੀ ਪਲੈਨਿੰਗ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਮਲਵਈ ਬੁੰਗੇ ਵਾਲੇ ਨੂੰ ਆਖਿਆ, ਉਹ ਦਾਨ 'ਚ ਮਿਲ ਗਿਆ। ਮਹਾਰਾਜਾ ਪਟਿਆਲਾ ਵੱਲੋਂ ਹੋਰ ਬੁੰਗੇ ਕੁਝ ਖਰੀਦ ਲਏ ਗਏ, ਕੁਝ ਲਿਟੀਗੇਸ਼ਨ ਨਾਲ ਲੈ ਲਏ, ਕੁਝ ਹੋਰ ਤਰੀਕਿਆਂ ਨਾਲ ਲੈ ਲਏ ਗਏ। ਇਸ ਤਰ੍ਹਾਂ ਅਸੀਂ ਪ੍ਰਕਰਮਾਂ ਨੂੰ ਪੂਰਾ ਕੀਤਾ, ਕਿਉਂਕਿ ਸਾਡੀ ਪ੍ਰਕਰਮਾਂ ਦੇ ਵਿੱਚ ਕੋਈ ਓਹਲਾ ਨਹੀਂ ਸੀ ਹੈਗਾ। ਇਹ ਚਾਰੇ ਪਾਸਿਓਂ ਨੰਗੀ ਸੀ। ਹਰ ਆਦਮੀ ਇਹਦੇ ਵਿੱਚ ਆਪਣੀ ਮਰਜ਼ੀ ਨਾਲ ਆ ਰਿਹਾ ਸੀ, ਮਰਜ਼ੀ ਨਾਲ ਜਾ ਰਿਹਾ ਸੀ। ਜੇ ਕਿਸੇ ਬੁੰਗੇ ਦੇ 4 ਬੂਹੇ ਹੈ, 4 ਅੰਦਰ ਖੁੱਲ੍ਹ ਰਹੇ ਹੈ, 4 ਬਾਹਰ ਖੁੱਲ੍ਹ ਰਹੇ ਹੈ, ਅਤੇ 200-250 ਬੂਹਾ ਦਰਬਾਰ ਸਾਹਿਬ ਦਾ ਸੀ। ਲੋਕੀ ਕੋਠਿਆਂ 'ਤੇ ਖਲੋ ਕੇ ਮਕਾਨਾਂ ਤੋਂ ਦੱਸਦੇ ਸੀ ਕਿ ਹਰਿਮੰਦਰ ਸਾਹਿਬ ਕੀ ਹੋ ਰਿਹਾ, ਕਿਉਂਕਿ ਬੁੰਗੇ ਕੋਈ 1.5 ਮੰਜ਼ਿਲ ਉੱਚਾ ਸੀ, ਕੋਈ 1 ਮੰਜ਼ਿਲ ਉੱਚਾ ਸੀ, ਕੋਈ 2 ਮੰਜ਼ਿਲ ਸੀ, ਅਤੇ ਇੱਕ ਪੜਦਾ ਨਹੀਂ ਸੀ ਹੈਗਾ। ਇਸ ਪੜਦੇ ਨੂੰ ਸ਼੍ਰੋਮਣੀ ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਬਣਾਉਣਾ ਚਾਹੁੰਦੀ ਸੀ, ਔਰ ਇਹਦਾ ਸ਼੍ਰੇ ਜਿਹੜਾ ਜਾਂਦਾ ਜਥੇਦਾਰ ਮੋਹਨ ਸਿੰਘ ਨਾਗੋਕੇ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਔਰ ਅਕਾਲ ਤਖਤ ਦੇ ਜਥੇਦਾਰ ਵੀ ਰਹੇ। ਉਹਨਾਂ ਫੈਸਲਾ ਕੀਤਾ ਸੀ ਕਿ ਉਹ ਇਹ ਚੁਗਿਰਦੇ ਨੂੰ, ਇੱਥੇ ਫੈਲੀ ਮਨਮਤ ਨੂੰ ਗੰਦਗੀ ਕਹਿੰਦੇ ਸੀ ਕਿ ਇਹਨੂੰ ਮੈਂ ਹਟਾਉਣਾ ਹੈ। ਔਰ ਅੱਜ ਉਹਨਾਂ ਦੀ ਸੋਚ ਦੇ ਬਦੌਲਤ ਹੈ ਕਿ ਸਾਡੇ ਕੋਲ ਇੱਕ ਪੱਕਾ ਕੰਟਰੋਲ ਹੈ ਸ਼੍ਰੋਮਣੀ ਕਮੇਟੀ ਦਾ ਚਾਰੇ ਪਾਸੇ। ਔਰ ਬੁੰਗਿਆਂ ਵਾਲੇ ਵੀ ਇੱਥੋਂ ਖੁਸ਼ ਹੋ ਕੇ ਗਏ ਆ, ਪੈਸੇ ਪੂਰੇ ਲੈ ਕੇ ਗਏ ਆ, ਔਰ ਉਹਨਾਂ ਨੇ ਕੋਈ ਪ੍ਰਾਪਰਟੀਆਂ ਵੀ ਖੜੀਆਂ ਕੀਤੀਆਂ ਸੀ, ਉਹ ਵੀ ਅਜੇ ਵੀ ਉਹ ਆਪਣੀਆਂ ਪ੍ਰਾਪਰਟੀਆਂ ਨੂੰ ਬੁੰਗਾ ਹੀ ਆਖਦੇ ਆ। ਆਪਰੇਸ਼ਨ ਬਲੂ ਸਟਾਰ ਹੁੰਦਾ ਹੈ ਜੀ, ਉਸ ਤੋਂ ਬਾਅਦ ਆਪਰੇਸ਼ਨ ਬਲੈਕ ਥੰਡਰ ਹੁੰਦਾ ਹੈ। ਜੀ, ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਹੜੇ ਬੁੰਗੇ ਬਚੇ ਹੋਏ ਸੀ ਉਹਨਾਂ ਨੂੰ ਵੀ ਜਿਹੜਾ ਸਰਕਾਰ ਅਕਵਾਇਰ ਕਰਕੇ ਖਤਮ ਕਰ ਦਿੰਦੀ। ਜੀ, ਤੁਹਾਡੇ ਕੋਲ ਉਹਦੇ ਬਾਰੇ ਕੀ ਜਾਣਕਾਰੀ? ਦੇਖੋ, ਬੁੰਗਿਆਂ ਨੂੰ ਅਕਵਾਇਰ ਕਰਨ ਦਾ ਕੰਮ ਤਕਰੀਬਨ ਸਾਨੂੰ 1973 'ਚ ਖਤਮ ਹੋ ਚੁੱਕਾ ਸੀ। ਅਖੀਰਲੇ ਸਰੈਂਡਰ ਹੋਣ ਵਾਲੇ ਬੁੰਗਿਆਂ ਦੇ ਵਿੱਚ ਬੁੰਗਾ ਰਾਮਗੜੀਆ ਸੀ, ਮਜਬੀਆਂ ਦਾ ਬੁੰਗਾ ਸੀ। ਇਹੀ 2 ਬੁੰਗੇ ਬਚੇ ਹੋਏ ਸੀ ਜਿਹੜੇ ਸਰੈਂਡਰ ਨਹੀਂ ਸੀ ਹੋ ਰਹੇ, ਉਹ ਪੈਸੇ ਧੇਲੇ ਦੇ ਨਾਲ ਸਰੈਂਡਰ ਕਰ ਲਿੱਤੇ ਗਏ ਸੀ। ਬਾਕੀ ਰਹੀ ਗੱਲ ਕਿ ਕੋਈ ਬੁੰਗਿਆਂ ਦੇ ਹਿੱਸੇ ਸੀ ਜਾਂ ਦਰਬਾਰ ਸਾਹਿਬ ਦੇ ਹਦੂਦ ਤੋਂ ਬਾਹਰ ਦੇ ਬੁੰਗੇ ਸੀ, ਉਹ 1988 'ਚ ਅਕਵਾਇਰ ਕੀਤੇ ਗਏ, ਜਿਨ੍ਹਾਂ 'ਚ ਬੁਰਜ ਗਿਆਨੀਆਂ ਸੀ, ਭਾਈ ਸੰਤ ਸਿੰਘ ਦਾ ਰਿਹਾਇਸ਼ ਸੀ। ਇਹ ਭਾਈ ਸੰਤ ਸਿੰਘ ਦਾ ਆਪਣਾ ਬੁੰਗਾ ਜਿਹੜਾ ਸੀ, ਜਾਂ ਜਿਹਨੂੰ ਬੁੰਗਾ ਗਿਆਨੀਆਂ ਕਹਿੰਦੇ ਆ, ਉਹ ਹਰਿਮੰਦਰ ਸਾਹਿਬ ਦੀ ਪਰਿਕਰਮਾ ਸੀ, ਉਹ ਪਹਿਲਾਂ ਹੀ ਅਕਵਾਇਰ ਹੋ ਚੁੱਕਾ ਸੀ। ਲੇਕਿਨ ਉਹਨਾਂ ਦੀ ਰਿਹਾਇਸ਼ ਜਿਹੜੀ ਉਹ ਵੀ ਬੁੰਗਾ ਖਵਾਉਂਦੀ ਸੀ। ਇਹ 1988 'ਚ ਅਕਵਾਇਰ ਕੀਤੀ ਹੈ ਗਲਿਆਰਾ ਸਕੀਮ 'ਚ, ਔਰ ਇਹਨੂੰ ਢਾਇਆ ਗਿਆ 1991-92 ਦੇ ਵਿੱਚ। ਪਹਿਲਾਂ ਇੱਥੇ ਮਿਊਜ਼ੀਅਮ ਬਣਾਉਣ ਦਾ ਵਿਚਾਰ ਸੀ, ਬਾਅਦ ਫਿਰ ਸਰਕਾਰ ਨੇ ਉਹਨੂੰ ਛੱਡ ਦਿੱਤਾ ਤੇ ਉਸ ਬਿਲਡਿੰਗ ਨੂੰ ਗਿਰਾ ਦਿੱਤਾ। ਕਿਹਾ ਜਾਂਦਾ ਕਿ ਇੱਕ ਇਤਿਹਾਸਕ ਬੁੰਗਾ ਸੀ, ਬੜੀ ਵਿਰਾਸਤ ਸਾਡੀ ਜੁੜੀ ਹੋਈ ਸੀ ਇਹਦੇ ਨਾਲ।
ਦੇਖੋ ਚੁਗਿਰਦੇ ਦੇ ਨਾਲ ਤੇ ਹਰਿਮੰਦਰ ਸਾਹਿਬ ਨਾਲ ਸਾਡੀ ਕਦਮ ਕਦਮ ਤੇ ਵਿਰਾਸਤ ਜੁੜਦੀ ਹੈ, ਪਰ ਕਹੀਏ ਕਿ ਇੱਕੋ ਬਿਲਡਿੰਗ ਵਿਰਾਸਤ ਸੀ, ਇਹ ਗਲਤ ਹੈ। ਜਦੋਂ ਸਾਡੀ ਵਿਰਾਸਤ ਢਹਿ ਰਹੀ ਸੀ ਚੌਰ ਚੁਗਿਰਦੇ, ਔਰ ਅਸੀਂ ਆਪਣੇ ਹੱਥੀਂ ਵੀ ਬੁੰਗੇ ਢਾਏ, ਅਸੀਂ ਉਦੋਂ ਆਪ ਕਿੱਥੇ ਸੀ? ਪਰਿਕਰਮਾ ਖੁੱਲੀਆਂ ਕਰਨ ਲਈ 74 ਪੁਰਾਣੀਆਂ ਬਿਲਡਿੰਗਾਂ ਢਾਈਆਂ, ਜਿਨ੍ਹਾਂ 'ਚ ਦੁਰਲੱਭ ਪੇਂਟਿੰਗ ਸਨ, ਪੁਰਾਣਾ ਆਰਕੀਟੈਕਚਰ ਸੀ, ਪੁਰਾਣੇ ਨਕਸ਼ ਸੀ, ਜੁੜਿਆ ਹੋਇਆ ਇਤਿਹਾਸ ਸੀ। ਕਈ ਐਸੇ ਬੁੰਗੇ ਸੀ ਜਿੱਥੇ ਸਾਡੇ ਵੱਡੇ ਵੱਡੇ ਰਾਜੇ ਮਹਾਰਾਜੇ ਸੰਤ ਮਹਾਂਪੁਰਸ਼ ਆ ਕੇ ਰਹਿੰਦੇ ਰਹੇ ਸੀ, ਉਹ ਸਾਰੇ ਅਸੀਂ ਅੱਖਾਂ ਬੰਦ ਕਰਕੇ ਢਾਹਤੇ ਸਨ। ਅੱਜ ਕੱਲ੍ਹ ਇੱਕ ਵਿਵਾਦ ਚੱਲ ਰਿਹਾ ਹੈ ਕਿ ਬੁਰਜ ਗਿਆਨੀਆਂ ਦੇ ਹੇਠੋਂ ਇੱਕ ਬਿਲਡਿੰਗ ਨਿਕਲ ਆਈ ਹੈ, ਕੋਈ ਬਹੁਤ ਵੱਡਾ, ਉੱਥੋਂ ਇੱਕ ਇਤਿਹਾਸਕ ਜਿਹੜਾ ਹੈਗਾ ਸਰੋਤ ਖਤਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਐਸਾ ਕੁਝ ਨਹੀਂ ਹੈ। ਹਰਿਮੰਦਰ ਸਾਹਿਬ ਦੇ ਚੁਗਿਰਦੇ ਵਿੱਚ ਕਿਤੋਂ ਵੀ ਅਸੀਂ ਕੁਝ ਪੁੱਟੀਏ ਤੇ ਸਾਨੂੰ ਕੋਈ ਨਾ ਕੋਈ ਬਿਲਡਿੰਗ ਦਾ ਬਚਿਆ ਖੁਚਿਆ ਹਿੱਸਾ ਜ਼ਰੂਰ ਲੱਭੇਗਾ, ਬੇਸਮੈਂਟ ਜ਼ਰੂਰ ਲੱਭੇਗੀ, ਕਿਉਂਕਿ ਪੁਰਾਣਾ ਸ਼ਹਿਰ ਇੱਕ ਮੰਜ਼ਲ ਡੂੰਘਾ, ਅਸੀਂ ਭਰਤੀ ਪਾਈ ਜਾ ਰਹੇ ਹਾਂ ਤੇ ਬਿਲਡਿੰਗਾਂ ਨੂੰ ਤਾਂ ਚੁੱਕੀ ਜਾ ਰਹੇ ਹਾਂ, ਪਰ ਅਸਲ ਸ਼ਹਿਰ ਜਿਹੜਾ ਅਸੀਂ ਪੁਰਾਣਾ 100-150 ਸਾਲ ਪੁਰਾਣਾ, ਉਹ ਜ਼ਮੀਨ ਦੇ ਅੰਦਰ ਹੈ। ਇਹਦੇ ਵਿੱਚੋਂ ਵੀ ਕੁਝ ਲੱਭ ਪਿਆ ਸਾਨੂੰ, ਇਸ ਤੋਂ ਜ਼ਿਆਦਾ ਕੁਝ ਨਹੀਂ ਹੈ। ਕਿ ਇਹ ਜਿਹੜੀ ਵਿਵਾਦਤ ਇਮਾਰਤ ਕਹੀ ਜਾਂਦੀ ਪਈ ਹੈ, ਇਹ ਇਤਿਹਾਸ ਦਾ ਹਿੱਸਾ ਹੈ? ਇਤਿਹਾਸ ਦਾ ਹਿੱਸਾ ਹੈ, ਪਰ ਇਤਿਹਾਸ ਨਹੀਂ ਹੈਗੀ। ਇਤਿਹਾਸ ਦਾ ਹਿੱਸਾ ਜ਼ਰੂਰ। ਇਤਿਹਾਸ ਦਾ ਹਿੱਸਾ ਜ਼ਰੂਰ ਹੋਏਗੀ। ਅਸੀਂ ਸਾਰੇ ਖੜੇ ਖਲੋਤੇ ਸਿੱਖ ਜਿਹੜੇ ਆ ਇਤਿਹਾਸ ਦਾ ਹਿੱਸਾ ਹੈਗੇ ਆ। ਅਸੀਂ ਵੀ ਅੱਜ ਦੇ ਸਮੇਂ ਕੀ ਹੈ ਵੈਸੇ, ਤੁਸੀਂ ਇਸ ਸਾਰੀ ਜਾਣਕਾਰੀ ਰੱਖੋ। ਇਹ ਇੱਕ ਬਿਲਡਿੰਗ ਸੀ ਜਿਹੜੀ ਬਹੁਤ ਵਿਸ਼ਾਲ ਸੀ, ਲਗਭਗ 3.5 ਤੋਂ 4,000 ਗਜ ਚੌੜੀ ਬਿਲਡਿੰਗ ਸੀ। ਉਹਨੂੰ ਅਕਵਾਇਰ ਕਰਕੇ ਉਹਦਾ ਮੁਆਵਜ਼ਾ ਦਿੱਤਾ ਗਿਆ ਤੇ ਉਹਦੇ ਸਾਰੇ ਵੰਸ਼ਜ ਜਿਹੜੇ ਸੀ ਗਿਆਨੀ ਸੰਤ ਸਿੰਘ ਦੇ, ਉਹ ਆਪੋ ਆਪਣਾ ਹਿੱਸਾ ਲੈ ਕੇ ਜਾ ਚੁੱਕੇ ਆ। ਉਸ ਬਿਲਡਿੰਗ ਨੂੰ ਗਿਰਾਤਾ ਗਿਆ ਕਿਉਂਕਿ ਕੁਝ ਹਿੱਸਾ ਜ਼ਮੀਨ 'ਚ ਦਫਨ ਸੀ ਤੇ ਉਹਨਾਂ ਫੈਸਲਾ ਕੀਤਾ ਕਿ ਇਹਨੂੰ ਢਾਹਣ ਦੀ ਲੋੜ ਨਹੀਂ ਹੈਗੀ, ਇਸੇ ਤਰ੍ਹਾਂ ਹੀ ਇਹਨੂੰ ਚੱਲਣ ਦਿੱਤਾ ਜਾਵੇ, ਔਰ ਜੇ ਢਾਂਦੇ ਤੇ ਉਹਨਾਂ ਨੂੰ ਥੱਲੇ ਉਤਰਨਾ ਪੈਣਾ ਸੀ, ਬਿਹਤਰ ਹੈ ਕਿ ਮਲਬਾ ਪਾ ਕੇ ਦਬਤਾ ਜਾਵੇ। ਉਹਨਾਂ ਨੇ ਇਹਨੂੰ ਦਫਨ ਕਰ ਦਿੱਤਾ। ਵੈਸੇ ਜਿਹੜੇ ਸਾਡੇ ਬੁੰਗੇ ਹੈਗੇ ਨੇ, ਇਹਨਾਂ ਦੀ ਬੇਸਮੈਂਟ ਦੇ ਵਿੱਚ ਕੀ ਕੁਝ ਐਸਾ ਹੁੰਦਾ ਸੀ? ਦੇਖੋ, ਇਹ ਕੋਈ ਲੁਕੀ ਛੁਪੀ ਕੋਈ ਕਿਲ੍ਹਾਬੰਦੀ ਨਹੀਂ ਸੀ ਹੈਗੀ, ਇਹ ਲੋਕਾਂ ਦੀ ਰਿਹਾਇਸ਼ ਔਰ ਆਮ ਵਰਤੋਂ ਦੀਆਂ ਜਗ੍ਹਾ ਸਨ। ਜਿੰਨੇ ਕੁ ਬੁੰਗੇ ਮੈਨੂੰ ਯਾਦ ਹੈ ਜਾਂ ਮੇਰੇ ਬਜ਼ੁਰਗਾਂ ਨੇ ਮੈਨੂੰ ਦੱਸਿਆ, ਇਹ ਇੱਕ ਖੁੱਲ੍ਹੇ ਡੁੱਲੇ ਸਟਰਕਚਰ ਹੁੰਦੇ ਸੀ ਜਿਨ੍ਹਾਂ 'ਚ ਵੱਡੇ ਵੱਡੇ ਕਮਰੇ ਸੀ। ਸਾਧੂ ਸੰਤ ਮਹਾਤਮਾ ਇਹਨਾਂ 'ਚ ਲਗਾਤਾਰ ਨਿਵਾਸ ਕਰਦੇ ਸੀ, ਪਰ ਆਏ ਗਏ ਯਾਤਰੀ ਵੀ ਰਹਿੰਦੇ ਸੀ। ਪਰ ਇੱਕ ਚੀਜ਼ ਹਰ ਬੁੰਗੇ 'ਚ ਕਾਮਨ ਸੀ ਕਿ ਉੱਥੇ ਖੂਹ ਜ਼ਰੂਰ ਹੁੰਦਾ ਸੀ ਪਾਣੀ ਦਾ, ਜਿਹੜਾ ਪਾਣੀ ਦਾ ਸਰੋਤ ਹੁੰਦਾ ਸੀ। ਬਸ ਇਹੋ ਹੀ ਹੈ। ਜਿਹੜਾ ਇਹ ਬੁੰਗਾ ਹੈਗਾ, ਇਹਦੇ ਥੱਲੇ ਵੀ ਕੋਈ ਨਾ ਕੋਈ ਖੂਹ ਜ਼ਰੂਰ ਹੋਏਗਾ ਜਿਹੜਾ ਪੂਰ ਦਿੱਤਾ ਗਿਆ। ਇਹਦਾ ਮਤਲਬ ਹੈ ਬੇਲੋੜਾ ਵਿਵਾਦ ਖੜਾ ਕੀਤਾ ਗਿਆ। ਇਹ ਵਿਵਾਦ ਹੈ ਹੀ ਬੇਲੋੜਾ। ਬਹੁਤ ਸ਼ੁਕਰੀਆ ਜੀ।